प्लेटफार्म टिकट है वो भी 5 रुपये तो 50 रुपये कर दिता। तो ये तुसी देख लो भी जे कोई आपदे बच्चे नूं जां आपदे बजुर्ग नूं रेलवे स्टेशन ते छड्डण आउंदा तो उहनूं सीट ते नहीं बिठा सकदा। जे उहने उहनूं सीट ते बिठाउणा तो उहनूं 50 रुपये देने पैणगे। तो मैं चाहता हूँ पूरे देश की जो संपत्ति है वो देश की जनता की है, इसको निजीकरण नहीं करना चाहिए। आज जो पूरे देश के अंदर में जो बीजेपी सरकार यानी कि मोदी सरकार, इसको तानाशाह सरकार कहते हैं, ये पूरी तरह से देश को सारे ग्रोथ को ख़त्म कर दिया, सारी देश की संपत्ति को लूट लूट करके अडानी अंबानी जैसे बड़े बड़े उद्योगपतियों को दे रहा। अटल बिहारी वाजपेयी जी इतने अच्छे देश चलाया, इतना अच्छा वो प्रधानमंत्री रहे, उनको इतिहास में भी नाम लिया जाएगा, जब तक दुनिया रहेगी उनका नाम लिया जाएगा। लेकिन मोदी को भी नाम लिया जाएगा जो देश को बर्बाद कर रहे हैं, देश की ग्रोथ को ख़त्म कर रहे हैं। ਅੱਜ ਮਿਤੀ 15 ਮਾਰਚ ਨੂੰ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਹੋ ਰਿਹਾ ਹੈ। ਸਪੀਚਾਂ ਹੋ ਰਹੀਆਂ ਨੇ। 10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਜੇ ਇੰਗਲਿਸ਼ 'ਚ ਗੱਲ ਕਰੀਏ ਤਾਂ ਐਂਟੀ ਪ੍ਰਾਈਵੇਟਾਈਜੇਸ਼ਨ ਡੇ ਮਨਾਇਆ ਜਾ ਰਿਹਾ ਹੈ। ਨਿੱਜੀਕਰਨ ਦੇ ਖਿਲਾਫ ਚੱਲ ਰਹੇ ਨੇ। ਇਹਦੇ ਸੰਬੰਧ ਵਿੱਚ ਵਿਸ਼ਾਲ ਰੈਲੀ ਅਤੇ ਸਪੀਚਾਂ ਕੀਤੀ ਜਾ ਰਹੀਆਂ ਨੇ, ਜਿਸ ਵਿੱਚ ਏਟਕ, ਸਿਟਕੋ, ਸੀਟੀਯੂ ਸਾਰੇ ਸ਼ਾਮਲ ਨੇ। ਗੱਲਬਾਤ ਕਰਦੇ ਹਾਂ ਅਲੱਗ-ਅਲੱਗ ਐਸੋਸੀਏਸ਼ਨ ਦੇ ਲੀਡਰਾਂ ਦੇ ਨਾਲ ਤੇ ਜਾਣਦੇ ਹਾਂ ਕਿ ਜ਼ਿਲ੍ਹਾ ਅੱਜ ਦਾ ਮੁੱਦਾ ਹੈ, ਅੱਜ ਦਾ ਮਕਸਦ ਉਹਨਾਂ ਦਾ ਕੀ ਹੈ। ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ ਜੀ? ਜਤਿੰਦਰਪਾਲ ਸਿੰਘ। ਹਾਂਜੀ, ਅੱਜ ਬਾਰੇ ਕੋਈ ਪੰਜਾਬ ਸੇ ਅੱਜ ਪੂਰੇ ਦੇਸ਼ ਦੇ ਅੰਦਰ ਟ੍ਰੇਡ ਯੂਨੀਅਨਾਂ ਵੱਲੋਂ ਨਿੱਜੀਕਰਨ ਦੇ ਖਿਲਾਫ ਪ੍ਰੋਟੈਸਟ ਕੀਤੇ ਜਾ ਰਹੇ ਨੇ। ਇਹ ਦੇਖਦੇ ਹੋਏ ਕਿ ਮੋਦੀ ਦੀ ਸਰਕਾਰ ਸਾਰਿਆਂ ਮਹਿਕਮਿਆਂ ਨੂੰ ਵੇਚ ਰਹੀ ਆ। ਜਿਹੜੇ ਮਹਿਕਮੇ ਲੋਕਾਂ ਨੂੰ ਸਹੂਲਤ ਦੇ ਰਹੇ ਆ, ਰੇਲ ਆ, ਬੈਂਕ ਆ, BSNL ਆ, ਬਿਜਲੀ ਆ, ਟਰਾਂਸਪੋਰਟ ਆ ਜਾਂ ਹੋਰ ਵੱਡੇ ਵੱਡੇ ਅਦਾਰੇ ਨੇ, ਉਹਨਾਂ ਨੂੰ ਵੇਚਿਆ ਜਾ ਰਿਹਾ। ਇਸ ਵੇਚਣ ਦੇ ਨਾਲ ਨੌਕਰੀਆਂ ਦਾ ਵੀ ਘਾਟਾ ਪੈਣਾ ਤੇ ਲੋਕਾਂ ਦੀਆਂ ਸਬਸਿਡੀਆਂ ਤੇ ਸਹੂਲਤਾਂ ਖਤਮ ਹੋਣੀਆਂ। ਤੇ ਇਹਦੇ ਨਾਲ ਹੀ ਨਿੱਜੀਕਰਨ ਨੂੰ ਬੜਾਵਾ ਦੇਣ ਲਈ ਕਿਰਤ ਕਾਨੂੰਨਾਂ ਨੂੰ ਸਮਾਪਤ ਕਰਕੇ ਮਾਲਕਾਂ ਦੇ ਹੱਥ ਜਿਹੜੇ ਖੋਲ੍ਹੇ ਜਾ ਰਹੇ, ਮਜ਼ਦੂਰਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਤੇ ਨਿੱਜੀਕਰਨ ਦੀ ਪ੍ਰਕਿਰਿਆ ਸਹਿਤ ਹੀ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਵੇਚਣ ਲਈ ਕਿਸਾਨਾਂ ਦੇ ਕਾਲੇ ਕਾਨੂੰਨ ਬਣਾਏ। ਸੋ ਇਸ ਲਈ ਅੱਜ ਟ੍ਰੇਡ ਯੂਨੀਅਨਾਂ ਵੱਲੋਂ ਜਿਹਦੀ ਸੰਯੁਕਤ ਮੋਰਚੇ ਨੇ ਪੂਰੇ ਦੇਸ਼ ਸਮਰਥਨ ਕੀਤਾ, ਅਸੀਂ ਨਿੱਜੀਕਰਨ ਵਿਰੋਧੀ ਦਿਨ ਮਨਾ ਰਹੇ ਹਾਂ ਕਿ ਇਹ ਨਿੱਜੀਕਰਨ ਰੋਕਣਾ ਚਾਹੀਦਾ ਤਾਂ ਤੇ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਬਰਕਰਾਰ ਰਹਿ ਸਕਣ। ਇਹ ਸੰਘਰਸ਼ ਜਾਰੀ ਰਹੂਗਾ। ਅੱਜ ਜਿਹੜਾ ਆ ਟ੍ਰੇਡ ਯੂਨੀਅਨਾਂ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਨਿੱਜੀਕਰਨ ਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਸੱਦਾ ਦਿੱਤਾ ਗਿਆ ਤੇ ਅਸੀਂ ਅੱਜ ਇੱਥੇ ਲੁਧਿਆਣੇ ਦੇ ਵਿੱਚ ਵੀ ਪ੍ਰੋਟੈਸਟ ਕਰ ਰਹੇ ਹਾਂ। ਇਹ ਪ੍ਰੋਟੈਸਟ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਜ਼ਰੂਰੀ ਹੈ, ਕਿਉਂਕਿ ਜੋ ਦੇਸ਼ ਦਾ ਸਰਮਾਇਆ ਹੈ ਉਹ ਚੰਦ ਲੋਕਾਂ ਦੇ ਕੋਲ ਵੇਚਿਆ ਜਾ ਰਿਹਾ ਹੈ। ਇਹ ਸੱਚ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹਨਾਂ ਨੇ ਕੁਝ ਨੀਤੀਆਂ ਲੋਕ ਪੱਖੀ ਬਣਾਈਆਂ ਸੀ। ਅੱਜ ਜੇ ਕਹਿ ਲਿਆ ਜਾਵੇ ਕਿ ਜਿਹੜਾ ਰੇਲ ਤੋਂ ਬਿਨਾ ਆਮ ਲੋਕਾਂ ਦੇ ਕੋਲ ਹੋਰ ਕੋਈ ਆਵਾਜਾਈ ਦਾ ਸਾਧਨ ਹੀ ਹੈ ਨਹੀਂ, ਜੇ ਅੱਜ ਇਹਨੂੰ ਵੀ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਕਿ ਅੱਜ ਜਿਹੜਾ ਪਲੇਟਫਾਰਮ ਟਿਕਟ ਹੈ ਉਹ ਵੀ 5 ਰੁਪਏ ਤੋਂ 50 ਰੁਪਏ ਕਰ ਦਿੱਤਾ। ਤੇ ਇਹ ਤੁਸੀਂ ਦੇਖ ਲਓ ਵੀ ਜੇ ਕੋਈ ਆਪਦੇ ਬੱਚੇ ਨੂੰ ਜਾਂ ਆਪਦੇ ਬਜ਼ੁਰਗ ਨੂੰ ਰੇਲਵੇ ਸਟੇਸ਼ਨ ਤੇ ਛੱਡਣ ਆਉਂਦਾ ਤਾਂ ਉਹਨੂੰ ਸੀਟ ਤੇ ਨਹੀਂ ਬਿਠਾ ਸਕਦਾ। ਜੇ ਉਹਨੇ ਉਹਨੂੰ ਸੀਟ ਤੇ ਬਿਠਾਉਣਾ ਤਾਂ ਉਹਨੂੰ 50 ਰੁਪਏ ਦੇਣੇ ਪੈਣਗੇ। ਇਸ ਲਈ ਅੱਜ ਲੋੜ ਬਣ ਗਈ ਹੈ ਕਿ ਇਹਨੂੰ ਜੇ ਲੋਕਾਂ ਲਈ ਕੁਝ ਰੱਖਣਾ ਚਾਹੁੰਦੇ ਹੋ ਤਾਂ ਇਹ ਨਿੱਜੀਕਰਨ ਜਿਹੜਾ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਜੇ ਨਿੱਜੀਕਰਨ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਲੋਕਾਂ ਨੂੰ ਲੁੱਟਣਾ ਹੁੰਦਾ ਹੈ, ਲੋਕਾਂ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ। ਇਸ ਲਈ ਅੱਜ ਇਹ ਸਾਡੀ ਮੇਨ ਲੋੜ ਬਣ ਜਾਂਦੀ ਹੈ ਵੀ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਨਿੱਜੀਕਰਨ ਨਾ करे। सर आज जो पूरे देश के अंदर में जो निजीकरण करने का जो यत्न कर रहा है सेंट्रल सरकार, उसके खिलाफ हम लोगों ने रेलवे स्टेशन लुधियाना के अंदर बाहर में हम लोगों ने धरना लगाया हुआ है। तो मैं चाहता हूं पूरे देश की जो संपत्ति है वो देश की जनता की है, इसको निजीकरण नहीं करना चाहिए। आज जो पूरे देश के अंदर में जो बीजेपी सरकार यानी कि मोदी सरकार, इसको तानाशाह सरकार कहते हैं, ये पूरी तरह से देश को सारे ग्रोथ को ख़त्म कर दिया, सारी देश की संपत्ति को लूट लूट करके अडानी अंबानी जैसे बड़े बड़े उद्योगपतियों को दे रहा। तो मैं इसकी कड़ी निंदा करता हूँ और मैं एक मीडिया के माध्यम
से कहना चाहता हूँ कि आप हमारे देश के आईना दिखाने का काम करते हैं। देश की जनता को मीडिया देश के आईना दिखाते हैं और वही देख करके लोग जानते हैं कि देश के हालात क्या है। तो मैं चाहता हूँ कि देश के जो बीजेपी सरकार है, मोदी सरकार है, खास तौर से बीजेपी सरकार पहले भी आए हैं, हमारे माननीय अटल बिहारी वाजपेयी जी इतने अच्छे देश चलाया, इतना अच्छा वो प्रधानमंत्री रहे, उनको इतिहास में भी नाम लिया जाएगा, जब तक दुनिया रहेगी उनका नाम लिया जाएगा। लेकिन मोदी को भी नाम लिया जाएगा जो देश को बर्बाद कर रहे हैं, देश की ग्रोथ को ख़त्म कर रहे हैं। मैं इसकी कड़ी निंदा करता हूँ और तमाम मीडिया से अपील करता हूँ कि हमारे देश को आईना दिखाने का काम करे। 20,000 ਲਾਇਸੈਂਸਡ ਕੁਲੀ ਹੈ ਇੰਡੀਆ ਦੇ ਵਿੱਚ, ਨੌਨ ਲਾਇਸੈਂਸਡ ਉਦੋਂ ਵੀ ਜ਼ਿਆਦਾ ਨੇ। ਲਗਭਗ 40,000 ਲੋਕ ਆਪਣਾ ਦਾ ਰੋਜ਼ਗਾਰ ਮਾਰਿਆ ਜਾਊਗਾ ਜਦ ਪ੍ਰਾਈਵੇਟਾਈਜੇਸ਼ਨ ਹੋਗੀ, ਕਿਉਂਕਿ ਉਹਨਾਂ ਦੇ ਆਪਦੇ ਪੋਰਟਰ ਆਉਣਗੇ। ਜਿਹੜੀ ਕੰਪਨੀ ਨੂੰ ਤੁਸੀਂ ਟ੍ਰੇਨਸ ਦੋਗੇ, ਜਿਨ੍ਹਾਂ ਨੂੰ ਰੇਲਵੇਜ਼ ਦੋਗੇ, ਉਹਨਾਂ ਦੇ ਅੱਗੇ ਆਪਦੇ IRTC ਦੇ ਵਾਂਗੂ ਇੱਕ ਪੈਰਲਲ ਡਿਪਾਰਟਮੈਂਟ ਸ਼ੁਰੂ ਹੋ ਜਾਊਗਾ। ਸਭ ਖਤਮ ਹੋ ਜਾਊਗਾ। ਜਿਹੜੇ ਦਾਮ ਤੇ ਅੱਜ ਆਪਾਂ ਨੂੰ ਸਮਾਨ ਮਿਲਦਾ ਉਹ ਕਿਉਂ ਮਿਲਦਾ? ਕਿਉਂਕਿ ਇੰਡੀਅਨ ਰੇਲਵੇਜ਼ ਹੈ ਜਿਹੜਾ ਬਹੁਤ ਘੱਟ ਕਾਸਟ ਲੈਂਦਾ ਗਵਰਨਮੈਂਟ ਤੋਂ ਟਰਾਂਸਪੋਰਟੇਸ਼ਨ ਦਾ। ਫੂਡ ਗ੍ਰੇਨਸ ਆने हैं, दाना मंडी चो आना सामान, साउथ ਦੇ स्पाइसेस आने हैं, अपन ਨੂੰ ਘੱਟ ਰੇਟ ਦੇ ਇਸ ਲਈ ਮਿਲੇ ਕਿ ਇੰਡੀਅਨ ਰੇਲਵੇਜ਼ ਘੱਟ ਲੈਂਦਾ। ਜਦ ਪ੍ਰਾਈਵੇਟਾਈਜ਼ ਹੋ ਗਿਆ ਤਾਂ ਉਹਨਾਂ ਨੇ ਇਹਦੇ ਪੈਸੇ ਵੱਧ ਬਣੇ। ਇਹਦਾ ਇਫੈਕਟ ਸਿੱਧਾ ਇਕਨੋਮੀ ਤੇ ਪੈਣਾ ਤੇ ਆਪਣੇ ਸਾਰੀ ਚੀਜ਼ਾਂ ਦਾ ਰੇਟ ਵੱਧ ਜਾਣਾ, ਚਾਹੇ ਸਪਾਈਸਿਸ ਹੈ, ਚਾਹੇ ਗੁੱਡਸ ਹੈ, ਆਪਣਾ ਟਰੈਵਲਿੰਗ ਕਾਸਟ ਵੀ ਵੱਧ ਜਾਣੀ ਹੈ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ 10 ਕੇਂਦਰੀ ਟ੍ਰੇਡ ਯੂਨੀਅਨਾਂ ਦਾ ਇਹ ਇਕੱਠ ਹੋਇਆ ਹੈ। ਇਹ ਸਾਂਝਾ ਕਿਸਾਨ ਮੋਰਚਾ ਵੀ ਨਾਲ ਹੈ। ਇਹ ਨਿੱਜੀਕਰਨ ਜ਼ਿਲ੍ਹਾ ਆਪਣੇ ਦਿਵਸ ਮਨਾਇਆ ਜਾ ਰਿਹਾ ਹੈ, ਨਿੱਜੀਕਰਨ ਵਿਰੋਧੀ ਦਿਵਸ ਜਿਹਨੂੰ ਆਪਾਂ ਕਹਿੰਦੇ ਆ, ਐਂਟੀ ਪ੍ਰਾਈਵੇਟਾਈਜੇਸ਼ਨ ਡੇ ਹੈ ਕਿ ਪ੍ਰਾਈਵੇਟਾਈਜੇਸ਼ਨ ਨਹੀਂ ਹੋਣੀ ਚਾਹੀਦੀ। ਇਹ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿੱਚ ਇੰਟਕ, ਏਟਕ, CTU, C2 ਸਾਰੇ ਹੀ ਜਿਹੜੇ ਟ੍ਰੇਡ ਯੂਨੀਅਨ ਨੇ, ਸਾਰੇ ਗਰੁੱਪ ਨੇ ਇਕੱਠੇ ਹੋ ਕੇ, ਪਲੱਸ ਨੌਜਵਾਨ ਪੀੜ੍ਹੀ ਵੀ ਅੱਗੇ ਆਈ ਹੈ ਸਾਂਝੇ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ। ਉਹਨੂੰ ਰਿਪਰੈਜ਼ੈਂਟ ਕਰਦੇ ਹੋਏ ਨੌਜਵਾਨ ਵੀ ਅੱਗੇ ਆਇਆ, ਪੜ੍ਹੇ ਲਿਖੇ। ਉਹ ਵੀ ਇਹ ਚਾਹੁੰਦੇ ਆ ਕਿ ਸਰਕਾਰਾਂ ਜੋ ਧੱਕਾ ਕਰ ਰਹੀਆਂ ਨੇ ਉਹ ਨਾ ਕਰਨ। ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਨਵਪ੍ਰੀਤ ਸਿੰਘ ਬੇਦੀ ਦਾ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।